पढ़ो, देखो, सुनो। ਸਾਹਿਤ ਪਾਠ ਜਸਵੰਤ ਸਿੰਘ ਕੰਵਲ ਦੁਆਰਾ ਰਚਿਤ ਨਾਵਲ ਰੂਪਧਾਰਾ ਦੇ ਚੌਥੇ ਕਾਂਡ ਦਾ ਇਹ ਦੂਜਾ ਭਾਗ। ਤੇਜੋ ਦਾ ਸਾੜਾ ਹੁਣ ਤਰੱਕੀ ਕਰ ਆਇਆ। ਸਹੁਰੇ ਦਾ ਰਵੱਈਆ ਰੂਪ ਨਾਲ ਦਿਨੋ ਦਿਨ ਸਖਤ ਹੁੰਦਾ ਗਿਆ। ਤੱਤੇ ਠੰਡੇ ਬੋਲ ਸਹਿਣ ਲਈ ਰੂਪ ਨੇ ਆਪੇ ਨੂੰ ਆਦੀ ਬਣਾ ਲਿਆ। ਇਸ ਤਰ੍ਹਾਂ ਦੀ ਕਰੜਾਈ ਕਦੇ ਤੇਜੋ ਉੱਤੇ ਵੀ ਵਰਤੀ ਗਈ ਸੀ। ਤੇਜੋ ਘਰ ਵਿੱਚ ਦਿਓਰਾਣੀ ਦਾ ਨਿਰਾਦਰ ਵੇਖ ਕੇ ਅੰਦਰੋਂ ਪ੍ਰਸੰਨ ਸੀ। ਉਸ ਨੂੰ ਆਪਾ ਘਰ ਵਿੱਚ ਪ੍ਰਭਾਵੀ ਹੁੰਦਾ ਜਾਪਿਆ। ਤੇਜੋ ਦੇ ਮਨ ਦੀ ਅਵਸਥਾ ਅਜਿਹੀ ਨਿਵਾਣ ਵੱਲ ਨੂੰ ਰੁੜ ਚੁੱਕੀ ਸੀ ਕਿ ਰੂਪ ਦਾ ਸਾਰਾ ਤਾਣ ਵੀ ਉਸਦੇ ਪ੍ਰਵਾਹ ਨੂੰ ਪਲਟਾ ਨਹੀਂ ਸਕਦਾ ਸੀ। ਰੂਪ ਨੇ ਇਸ ਗੱਲ ਬਾਰੇ ਸੂਈ ਦੇ ਨੱਕੇ ਜਿੰਨਾ ਵੀ ਮੂੰਹ ਨਹੀਂ ਸੀ ਖੋਲ੍ਹਿਆ। ਤੇਜੋ ਇੰਨਾ ਜ਼ਰੂਰ ਜਾਣ ਗਈ ਸੀ ਕਿ ਮਿੰਨੀ ਮੀਸਣੀ ਰੂਪ ਨੂੰ ਪਤਾ ਲੱਗ ਚੁੱਕਾ ਹੈ। ਜੇ ਆ ਕੇ ਨਹੀਂ ਸੁਣਾਉਂਦੀ ਤਾਂ ਕੀ ਹੋਇਆ? ਇਹ ਖਿੱਚੋ ਤਾਣ ਅੰਦਰੇ ਅੰਦਰ ਘਰ ਦੇ ਤਿੰਨਾਂ ਜੀਆਂ ਵਿਚਕਾਰ ਹੀ ਧਰਤੀ ਦੇ ਲਾਵੇ ਵਾਂਗ ਧੁਖਦੀ ਰਹੀ। ਰਤਨ ਸਿੰਘ ਤੇ ਕੇਸਰ ਨੂੰ ਕੋਈ ਪਤਾ ਨਹੀਂ ਸੀ। ਸੱਸ ਨੇ ਵਿੱਚੇ ਵਿੱਚ ਅੱਖਾਂ ਮੀਟ ਲਈਆਂ ਸਨ। ਆਤਰ ਹੋਣ ਦੀ ਹਾਲਤ ਵਿੱਚ ਮੂੰਹੋਂ ਫੁੱਟ ਵੀ ਨਹੀਂ ਸੀ ਸਕਦੀ। ਜ਼ਾਹਰਾ ਘਰ ਵਿੱਚ ਪਹਿਲਾਂ ਵਾਂਗ ਜਿਉਂ ਦਾ ਤਿਉਂ ਸਭ ਕੁਝ ਠੀਕ ਚੱਲੀ ਜਾ ਰਿਹਾ ਸੀ। ਤੇਜੋ ਦੇ ਮਾਪੇ ਗਰੀਬ ਸਨ ਅਤੇ ਉਹ ਉਸ ਦੇ ਵਿਆਹ ਸਮੇਂ ਖਾਸ ਦਾਜ ਦਹੇਜ ਨਹੀਂ ਸਨ ਦੇ ਸਕੇ। ਸੱਜਰੇ ਰੱਜੇ ਦੁੱਲਾ ਸਿੰਘ ਜੱਟ ਨੇ ਇਸ ਗੱਲ ਨੂੰ ਆਪਣੀ ਹੱਦ ਤੱਕ ਸਮਝ ਲਿਆ ਸੀ। ਉਸ ਘਰ ਆ ਕੇ ਮੂੰਹ ਆਈਆਂ ਵਧਵੀਆਂ ਘਟਵੀਆਂ ਆਖੀਆਂ। ਨਵੀਂ ਨਵੇਲੀ ਤੇਜੋ ਅਸਲੋਂ ਡਰ ਗਈ। ਸਹੁਰੇ ਨੇ ਤੇਜੋ ਨੂੰ ਛੱਡ ਦੇਣ ਲਈ ਮੂੰਹ ਪਾੜ ਕੇ ਕਹਿ ਦਿੱਤਾ। ਤੇਜੋ ਨੇ ਰਤਨ ਸਿੰਘ ਨੂੰ ਲੱਖ ਕੀਲ ਲਿਆ ਸੀ, ਪਰ ਉਹ ਬਾਪੂ ਸਾਹਮਣੇ ਹੁੰਦੇ ਹੀ ਮਿੱਟੀ ਦਾ ਮਾਧੋ ਬਣ ਜਾਂਦਾ ਸੀ। ਇੱਕ ਪਾਸੇ ਛੱਡੀ ਜਾਣ ਦਾ ਡਰ ਉਸਦੀ ਰੱਤ ਸੁਕਾ ਰਿਹਾ ਸੀ, ਦੂਜੇ ਪਾਸੇ ਸਹੁਰੇ ਦੀਆਂ ਹਾਬੜੀਆਂ ਅੱਖਾਂ ਉਸਦੇ ਬਾਹਰਲੇ ਮਾਸ ਨੂੰ ਤੋੜ-ਤੋੜ ਖਾ ਰਹੀਆਂ ਸਨ। ਉਹ ਇਸ ਟੱਕਰ ਵਿੱਚ ਦੁੱਲਾ ਸਿੰਘ ਦਾ ਬਥਾੜ ਭੰਨ ਸੁੱਟਣਾ ਚਾਹੁੰਦੀ ਸੀ, ਪਰ ਪਿੱਛੋਂ ਉਸ ਨੂੰ ਸਾਂਭਣ ਵਾਲਾ ਕੋਈ ਨਹੀਂ ਸੀ ਦਿਸਦਾ। ਉਸ ਦੀਆਂ ਮੁਕਾਬਲੇ ਲਈ ਤਣੀਆਂ ਬੇਹਥਿਆਰ ਬਾਹਾਂ ਹੌਕਾ ਭਰ ਕੇ ਹਿੱਕ ਤੇ ਡਿੱਗ ਪਈਆਂ। ਮਜਬੂਰ ਤੇ ਬੇਵਸ ਔਰਤ ਆਪਣੇ ਪਾੜਖਾਨੇ ਸਮਾਜ ਵਿੱਚ ਹੋਰ ਵੀ ਮਜ਼ਲੂਮ ਹੋ ਗਈ। ਜਿਹੜੇ ਹੱਥਕੰਡੇ ਦੁੱਲਾ ਸਿੰਘ ਨੇ ਤੇਜੋ ਲਈ ਵਰਤੇ ਸਨ, ਉਹੀ ਹੁਣ ਰੂਪ ਤੇ ਵੀ ਅਜ਼ਮਾਏ ਜਾਣ ਲੱਗੇ। ਕਿਉਂਕਿ ਰੂਪ ਇਸ ਘਟਨਾ ਨੂੰ ਪੀ ਗਈ ਸੀ, ਦੁੱਲਾ ਸਿੰਘ ਨੇ ਉਲਟਿਆਂ ਇਸ ਨੂੰ ਉਸਦੀ ਕਮਜ਼ੋਰੀ ਸਮਝਿਆ। ਛੱਡ ਦੇਣ ਬਾਰੇ ਤਾਂ ਉਹ ਮੂੰਹੋਂ ਨਾ ਫੁੱਟਿਆ, ਪਰ ਅੱਗੋਂ ਪਿੱਛੋਂ ਟੋਕ ਟਕਾਈ ਕਰਨੋਂ ਨਾ ਹਟਦਾ। ਤੇਜੋ ਇੱਕ ਤਰ੍ਹਾਂ ਉਸਦੀ ਸਹਾਇਕ ਬਣ ਗਈ। ਉਹ ਰੂਪ ਨੂੰ ਆਪਣੇ ਬਰਾਬਰ ਦੀ ਹਾਲਤ ਵਿੱਚ ਲੈ ਆਉਣਾ ਚਾਹੁੰਦੀ ਸੀ ਤਾਂ ਕਿ ਮਿਹਣਾ ਮਾਰਨ ਜੋਗੀ ਨਾ ਰਹੇ। ਸਭ ਤੋਂ ਪਹਿਲਾਂ ਦੁੱਲਾ ਸਿੰਘ ਨੇ ਗੋਹਾ ਕੂੜਾ ਕਰਦੀ ਭਾਗੋ ਚੂੜੀ ਨੂੰ ਹਟਾ ਦਿੱਤਾ। ਇਹ ਭਾਰ ਤੇਜੋ ਅਤੇ ਰੂਪ ਵਿੱਚ ਵੰਡਿਆ ਗਿਆ। ਪਹਿਲੇ ਦਿਨ ਗੋਹੇ ਦੇ ਭਾਰੇ ਟੋਕਰੇ ਸੁੱਟਦਿਆਂ ਰੂਪ ਦੇ ਸਿਰ ਦਾ ਧੂੰਆਂ ਨਿਕਲ ਗਿਆ, ਪਰ ਕੰਮ ਅੱਗੇ ਹਾਰ ਮੰਨਣ ਵਾਲੀ ਉਹਦੀ ਮਿੱਟੀ ਹੀ ਨਹੀਂ ਸੀ। ਉਸ ਮਿੱਥ ਕੇ ਦਿੱਤੇ ਦੁੱਖ ਨੂੰ ਝੱਲ ਲਿਆ, ਸਗੋਂ ਅੱਗੋਂ ਲਈ ਅਸਪਾਤ ਹੋ ਗਈ। ਬਲ ਤੇ ਹੌਸਲਾ ਰੱਖਦੇ ਮਨੁੱਖ ਨੇ ਕੰਮ ਅੱਗੇ ਕਦੇ ਹਾਰ ਨਹੀਂ ਮੰਨੀ, ਸਗੋਂ ਕੰਮ ਨੂੰ ਆਪਣੇ ਅੱਗੇ ਰੋੜੇ ਪਾ ਲਿਆ ਹੈ। ਪਰ ਮਨੁੱਖ ਦਾ ਮਨੁੱਖ ਨਾਲ ਗੈਰ ਕੁਦਰਤੀ ਸਮਾਜਿਕ ਸੰਬੰਧ, ਮਜਬੂਰੀਆਂ ਅਤੇ ਤਿੰਜੋ ਜ਼ੋਰੀਆਂ ਦੀਆਂ ਸ਼ਕਲਾਂ ਧਾਰ ਇਨਸਾਨ ਦੀ ਸ਼ਕਤੀ ਤੇ ਅਣਖ ਨੂੰ ਲਿਤਾੜਨੋਂ ਲੰਗਾਰਨੋਂ ਨਹੀਂ ਹਟਿਆ। ਕੇਸਰ ਨੂੰ ਜਦ ਭਾਗੋ ਦੇ ਹਟਾ ਦੇਣ ਦਾ ਪਤਾ ਲੱਗਿਆ, ਉਹ ਬੜਾ ਖਿਝਿਆ, ਪਰ ਰੂਪ ਨੇ ਉਸਦੇ ਮੂੰਹ ਅੱਗੇ ਹੱਥ ਰੱਖ ਦਿੱਤਾ। ਰੂਪ ਇਹ ਨਾ ਜਾਣਦੀ ਹੋਈ ਕਿ ਕਿਵੇਂ ਮੁਕਾਬਲਾ ਕਰਨਾ ਹੈ, ਆਪਣੇ ਵੱਲੋਂ ਕੋਈ ਅਵੱਗਿਆ ਨਾ ਹੋਣ ਦਿੰਦੀ ਜਿਹੜੀ ਉਸ ਨੂੰ ਛਟਿਆਉਣ ਦਾ ਬਹਾਨਾ ਬਣਾ ਸਕਦੀ। ਰੂਪ ਨੇ ਹੱਸਦਿਆਂ ਕੇਸਰ ਨੂੰ ਝੂਠ ਬੋਲਿਆ। ਇਹ ਮੇਰੀ ਤੇ ਤੇਜੋ ਦੀ ਮਰਜ਼ੀ ਵੀ ਸੀ ਕਿ ਚੂੜੀ ਹਟਾ ਦਿੱਤੀ ਜਾਵੇ। ਅਸੀਂ ਦੋਹਾਂ ਨੇ ਕੀ ਕਰਨਾ ਏ? ਉਹ ਰਸੋਈ ਕਰ ਲਿਆ ਕਰੇਗੀ, ਮੈਂ ਹਵੇਲੀ ਸੰਭਰ ਸੂਹਰ ਲਿਆ ਕਰਾਂਗੀ। ਰੂਪ ਨੂੰ ਪਤਾ ਨਹੀਂ ਸੀ ਕਿ 2 ਵੇਲੇ ਦਾ ਗੋਹਾ ਕੂੜਾ ਉਸ ਇਕੱਲੀ ਨੂੰ ਕਰਨਾ ਪੈਣਾ ਏ, ਤੇ ਇਹ ਕੁਝ ਦਿਨਾਂ ਪਿੱਛੋਂ ਹੀ ਸੱਚ ਹੋ ਗਿਆ। ਹੁਣ ਉਸ ਨੂੰ ਤਾਰਾ ਜਾਂ ਸੀਰੀ ਟੋਕਰੇ ਚਕਵਾਇਆ ਕਰਦੇ ਸਨ। ਸਵੇਰੇ 6 ਵਜੇ ਆ ਕੇ ਉਹ ਮਸੀਂ 9 ਵਜੇ ਵਿਹਲੀ ਹੁੰਦੀ। ਹਾਲੇ ਰੱਬ ਦਾ ਸ਼ੁਕਰ ਰੂੜੀ ਹਵੇਲੀ ਦੇ ਪਿਛਵਾੜੇ ਸੀ। ਸਾਰੇ ਟੱਬਰ ਦੇ ਕੱਪੜੇ ਧੋਣੇ, ਟਾਕੀ ਟੱਲਾ ਲਾਉਣੀ ਅਤੇ ਸਿਉਣ ਤੱਕ ਸਭ ਉਸ ਦੇ ਹੀ ਜ਼ਿੰਮੇ ਸੀ। ਤੇਜੋ ਨੂੰ ਕੱਪੜੇ ਸਿਉਣੇ ਨਹੀਂ ਸਨ ਆਉਂਦੇ। ਰੂਪ ਦਾਜ ਵਿੱਚ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਆਈ ਸੀ ਅਤੇ ਨਵੀਂ ਆਈ ਨੇ ਆਪਣੀ ਸੁਘੜਤਾ ਜ਼ਾਹਰ ਕਰਦਿਆਂ ਇੱਕ ਬਲਾ ਗਲ ਪਵਾ ਲਈ ਸੀ। ਫਰਜ਼ ਤੇ ਧਰਮ ਸਮਝਦਿਆਂ ਸੇਵਾ ਭਾਵ ਨਾਲ ਜਿਹੜੀਆਂ ਜ਼ਿੰਮੇਵਾਰੀਆਂ ਉਹ ਚੁੱਕ ਬੈਠੀ ਸੀ, ਕੰਮ ਦਾ ਹੋਰ ਭਾਰ ਪੈ ਜਾਣ ਨਾਲ ਤੇ ਜਿਹੜੀਆਂ ਹੁਣ ਚੁੱਭਦੀਆਂ ਵੀ ਨਹੀਂ ਸਨ, ਜਿਵੇਂ ਕਿਵੇਂ ਮੱਥੇ ਵੱਟ ਪਾਏ ਬਿਨਾਂ ਨਿਭਾਈ ਜਾ ਰਹੀ ਸੀ। ਪਰ ਇਹ ਪ੍ਰਤੱਖ ਸੀ ਕਿ ਉਸ ਦੀ ਰੂਹ ਨੇ ਥੱਕਣਾ ਸ਼ੁਰੂ ਕਰ ਦਿੱਤਾ। ਕੰਮਾਂ 'ਚ ਰੁਲ ਜਾਣ ਕਾਰਨ ਹੁਣ ਉਹ ਕੇਸਰ ਕੋਲ ਜਾਣ ਲਈ ਬਹੁਤਾ ਸਮਾਂ ਨਾ ਕੱਢ ਸਕਦੀ। ਕੇਸਰ ਉਸ ਤੇ ਵੱਖ ਖਿੱਝਦਾ ਸੀ, ਪਰ
ਉਸ ਦੇ ਕੰਮਾਂ ਨੂੰ ਪਿਛਾੜਨ ਉੱਤੇ ਵਧਾਈ ਦੇਣੋਂ ਵੀ ਨਾ ਰਹਿ ਸਕਦਾ। ਮੈਂ ਤਾਂ ਸਮਝਦਾ ਸਾਂ ਤੂੰ ਬਾਬੂਆਣੀ ਏ, ਪਰ ਤੂੰ ਤਾਂ ਜੱਟੀਆਂ ਨੂੰ ਵੀ ਮਾਤ ਕਰ ਦਿੱਤਾ। ਕੇਸਰ ਪ੍ਰਸ਼ੰਸਾ ਨਾਲ ਮਖੌਲ ਵੀ ਕਰ ਗਿਆ। ਤੁਹਾਨੂੰ ਬਾਬੂਆਣੀ ਚਾਹੀਦੀ ਸੀ? ਰੂਪ ਦੀਆਂ ਅੱਖਾਂ 'ਚ ਮੋੜਵੀਂ ਸ਼ਰਾਰਤ ਸੀ। ਮੈਨੂੰ ਸਿਰਫ ਰੂਪ ਚਾਹੀਦੀ ਸੀ, ਜਿਸ ਦਾ ਸਿਰ ਪਲ ਭਰ ਲਈ ਵੀ ਮੇਰੀ ਹਿੱਕ ਤੋਂ ਪਰਾਂ ਨਾ ਹੁੰਦਾ। ਪਿਆਰ ਦੇ ਇੱਕ ਹੀ ਬੋਲ ਨਾਲ ਰੂਪ ਦਾ ਸਾਰਾ ਥਕੇਵਾਂ ਚੂਸਿਆ ਜਾਂਦਾ ਤੇ ਉਸ ਲਈ ਵਿਸਮਾਦ ਭਰੀ ਨੀਂਦ ਦੇ ਦਰਵਾਜ਼ੇ ਖੁੱਲ੍ਹ ਜਾਂਦੇ। ਉਹ ਸਵੇਰ ਨੂੰ ਹੌਲੀ ਫੁੱਲ ਮਹਿਕਦੀ ਉੱਠਦੀ ਤੇ ਕੰਮ ਦੀ ਤਰੇਲ ਉਸ ਅੱਗੇ ਪਰ ਸੁਕੇੜ ਲੈਂਦੀ। ਪਿਆਰ ਦੇ ਇਸ ਉੱਚੇ ਸਵਰਗ ਤੋਂ ਜਦ ਉਹ ਧਰਤੀ ਤੇ ਉਤਰਦੀ, ਤਰ੍ਹਾਂ ਤਰ੍ਹਾਂ ਦੇ ਕਿੱਲ ਕੰਡਿਆਂ ਨਾਲ ਜ਼ਿੰਦਗੀ ਦੇ ਪੈਰ ਲਹੂ ਲੁਹਾਨ ਹੋ ਜਾਂਦੇ। ਉਸ ਦੀ ਰੂਹ 'ਚ ਸੀਤ ਕੰਬਣੀ ਲੰਘ ਜਾਂਦੀ ਤੇ ਉਹ ਆਪਣਾ ਮੂੰਹ ਕੇਸਰ ਦੀ ਹਿੱਕ ਵਿੱਚ ਦੇ ਕੇ ਬਾਹਾਂ ਦੀ ਗੰਢ ਹੋਰ ਕੱਸ ਲੈਂਦੀ। ਕੇਸਰ ਸੋਚਦਾ, ਇਹ ਹੋਰ ਕਿੰਨਾ ਕੁ ਚਿਰ ਗੋਲਪੁਣਾ ਕਰੇਗੀ। ਉਹ ਸੱਚਮੁੱਚ ਹੀ ਆਪਣੀ ਚੰਨੀ ਨੂੰ ਬਣੀ ਸੰਵਰੀ ਦੇਖਣਾ ਚਾਹੁੰਦਾ ਸੀ। ਉਸ ਦੇ ਜੋੜ ਦੀ ਹੁਸੀਨ ਤੇ ਮਨਪਸੰਦ ਵਹੁਟੀ ਕਿਸੇ ਹਾਣੀ ਮੁੰਡੇ ਨੂੰ ਨਹੀਂ ਸੀ ਮਿਲੀ ਤੇ ਰੂਪ ਉਸ ਨੂੰ ਕਿਸੇ ਵੀ ਤਰ੍ਹਾਂ ਸਰਦਾਰਨੀ ਤੋਂ ਘੱਟ ਨਹੀਂ ਸੀ ਲੱਗਦੀ। ਰੂਪ ਤੇ ਇਸ ਤਰ੍ਹਾਂ ਦੀ छैल ਜਵਾਨੀ ਗੋਹਾ ਕੂੜਾ ਕਰੇ, ਘੱਟ ਤੋਂ ਘੱਟ ਕੇਸਰ ਤੋਂ ਐਨੀ ਹੇਠੀ ਨਹੀਂ ਸਹਾਰੀ ਜਾਂਦੀ ਸੀ। ਇਹਨਾਂ ਦਿਨਾਂ ਵਿੱਚ ਹੀ ਰੂਪ ਨੂੰ ਮਾਲਣ ਦੀ ਲਿਖਵਾਈ ਚਿੱਠੀ ਮਸੀਹਾ ਬਣ ਕੇ ਮਿਲੀ, ਜਿਸ ਦਾ ਮੋਟਾ ਭਾਵ ਇਹ ਸੀ ਕਿ ਤੇਰੇ ਪਿਤਾ ਜੀ ਦੀ ਪੈਨਸ਼ਨ ਹੋ ਗਈ ਹੈ ਤੇ ਅਸੀਂ ਕੱਲ ਤੋਂ ਨੂਰਪੁਰ ਜਾ ਰਹੇ ਹਾਂ। ਜੇ ਹੋ ਸਕੇ ਤੁਸੀਂ ਦੋਵੇਂ ਆ ਕੇ ਮਿਲ ਜਾਵੋ, ਹੋਰ ਸਭ ਸੁੱਖ ਸਾਂਦੇ। ਰੂਪ ਦਾ ਦਿਲ ਬੇਜੀ ਨੂੰ ਮਿਲਣ ਲਈ ਉਛਾਲਾ ਖਾ ਆਇਆ। ਜੇ ਮੰਨੋ ਤਾਂ ਇੱਕ ਗੱਲ ਕਰਾਂ, ਰੂਪ ਨੇ ਸੰਗਦਿਆਂ ਥੋੜਾ ਝਿਜਕਦਿਆਂ ਕਿਹਾ। ਵਾਹ, ਤੇਰੀ ਗੱਲ ਮੈਂ ਨਾ ਮੰਨਾਂ। ਕੇਸਰ ਆਪਣੀ ਰੂਪ ਨੂੰ ਕਿੰਨਾ ਪਿਆਰ ਕਰਦਾ ਸੀ। ਚੰਗਾ, ਫਿਰ ਮਾਂ ਜੀ ਤੇ ਬਾਬਾ ਜੀ ਤੋਂ ਪੁੱਛ ਕੇ ਮੈਨੂੰ 10-20 ਦਿਨ ਲਈ ਪਿੰਡ ਛੱਡ ਆਵੋ। ਰੂਪ ਕਈ ਦਿਨਾਂ ਦੀ ਸੋਚ ਰਹੀ ਸੀ ਕਿ ਸ਼ਾਇਦ ਮੇਰੇ ਚਲੇ ਜਾਣ ਨਾਲ ਇਹ ਖਿੱਚੋਤਾਣ ਵੀ ਘਟ ਜਾਵੇ। ਛੱਡ ਤਾਂ ਆਵਾਂਗਾ, ਪਰ ਮੇਰਾ ਹਾਲ। ਉਸ ਸ਼ਰਾਰਤ ਨਾਲ ਹੌਕਾ ਲਿਆ। ਇਹ ਦੁੱਖ ਤੁਹਾਨੂੰ ਇਕੱਲਿਆਂ ਨਹੀਂ ਹੋਵੇਗਾ, ਮੈਨੂੰ ਵੀ ਉੱਥੇ ਹੋਵੇਗਾ। ਉਸ ਕੇਸਰ ਦੀ ਸ਼ਰਾਰਤੀ ਮੁਸਕਾਨ ਨਹੀਂ ਵੇਖੀ ਸੀ। ਬੇਜੀ ਨੂੰ ਮਿਲਣ ਲਈ ਜੀ ਕਰਦਾ ਏ। ਜੇ ਤੁਸੀਂ ਅੱਜ ਪੁੱਛ ਲਵੋ, ਕੱਲ ਨੂੰ ਐਤਵਾਰ ਹੈ। ਜੇ ਉਹ ਨਾ ਵੀ ਆਖਣਗੇ ਤਦ ਵੀ ਛੱਡ ਆਵਾਂਗਾ। ਨਹੀਂ, ਮੈਂ ਉਹਨਾਂ ਦੀ ਆਗਿਆ ਬਿਨਾਂ ਬਿਲਕੁਲ ਨਹੀਂ ਜਾਣਾ। ਉਹ ਆਪਣੇ ਅਸੂਲ ਨੂੰ ਕਿਵੇਂ ਵੀ ਕਮਜ਼ੋਰ ਨਹੀਂ ਵੇਖ ਸਕਦੀ ਸੀ। ਕੇਸਰ ਨੂੰ ਮਾਂ ਜੀ ਨੇ ਤਾਂ ਬੜੇ ਚਾਅ ਨਾਲ ਛੁੱਟੀ ਦੇ ਦਿੱਤੀ, ਪਰ ਬਾਪੂ ਜੀ ਨੇ ਮੂੰਹ ਬਣਾ ਕੇ ਕਹਿ ਦਿੱਤਾ, ਆਪਣੀ ਮਰਜ਼ੀ ਕਰੋ। ਕੇਸਰ ਨੇ ਇੰਨੀ ਗੱਲ ਰੂਪ ਨੂੰ ਨਾ ਦੱਸੀ, ਮਤਾ ਉਹ ਜਾਣੋ ਨਾ ਕਰ ਦੇਵੇ। ਕੇਸਰ ਅਗਲੇ ਦਿਨ ਉਸ ਨੂੰ ਘੋੜੀ ਤੇ ਨੂਰਪੁਰ ਨੂੰ ਲੈ ਤੁਰਿਆ। ਮਾਲਣ ਨੇ ਆਈ ਜਗਰੂਪ ਨੂੰ ਘੁੱਟ ਕੇ ਹਿੱਕ ਨਾਲ ਲਾਇਆ। ਉਂਝ ਉਸ ਨੂੰ ਨੇੜੇ ਹੋਣ ਕਰਕੇ ਰੂਪ ਦੀ ਹਰ ਤਰ੍ਹਾਂ ਸੂਹ ਮਿਲਦੀ ਰਹਿੰਦੀ ਸੀ, ਪਰ ਧੀ ਨੂੰ ਮਿਲ ਕੇ ਤਸੱਲੀ ਕਰਨਾ ਚਾਹੁੰਦੀ ਸੀ ਕਿ ਉਸ ਦਾ ਸਵਰਗ ਕਿਹੋ ਜਿਹਾ ਸੀ। ਰੂਪ ਬੇਜੀ ਨੂੰ ਮਿਲਦੀ ਡੁਸਕਣ ਲੱਗ ਪਈ। ਮਾਲਣ ਦਾ ਦਿਲ ਥੋੜਾ ਹੋ ਰਿਹਾ ਸੀ। ਉਸ ਰੂਪ ਨੂੰ ਪਿਆਰ ਥਾਪੜੀਆਂ ਦਿੱਤੀਆਂ। ਕੇਸਰ ਵੀ ਹੁਣ ਬੇਜੀ ਨਾਲ ਘੁਲ ਮਿਲ ਚੁੱਕਾ ਸੀ। ਇੱਕ ਤਰ੍ਹਾਂ ਉਸ ਦੀ ਸੰਗ ਲੱਥ ਚੁੱਕੀ ਸੀ। ਬੇਜੀ, ਜਿਹੜੀਆਂ ਇਸ ਸ਼ਿਕਾਇਤਾਂ ਲਾਈਆਂ ਮੈਨੂੰ ਜ਼ਰੂਰ ਦੱਸੀ, ਕੇਸਰ ਨੇ ਹੱਸਦਿਆਂ ਕਿਹਾ, ਫਿਰ ਬੂੜ ਸਿੰਘ ਨੂੰ ਹੱਥ ਜੋੜ ਦਿੱਤੇ। ਬਰਖੁਦਾਰ, ਤਕੜਾ ਏ। ਐਤਕੀ ਬੂੜ ਸਿੰਘ ਕਾਫੀ ਉਤਸ਼ਾਹ ਨਾਲ ਮਿਲਿਆ। ਜੀ, ਤੁਹਾਡੀ ਕਿਰਪਾ ਹੈ ਪੁੱਤਰ। ਮੇਰੀ ਜਗਰੂਪ ਕਦੇ ਸ਼ਿਕਾਇਤ ਨਹੀਂ ਕਰੇਗੀ। ਮਾਲਣ ਨੂੰ ਆਪਣੀ ਰੂਪ ਉੱਤੇ ਕਿੰਨਾ ਗਰਵ ਸੀ। ਸਤਵੰਤ ਸਹੁਰੇ ਗਈ ਹੋਈ ਸੀ ਤੇ ਹੁਣ ਉਸ ਕੋਲ ਇੱਕ ਕੁੜੀ ਸੀ। ਥਾਣੇਦਾਰ ਆਪਣੀ ਆਦਤ ਅਨੁਸਾਰ ਇੱਕ ਧੀ ਦਾ ਬਾਪ ਹੋ ਕੇ ਵੀ ਨੱਕ ਬੁੱਲ ਮਾਰਨੋਂ ਨਹੀਂ ਸੀ ਹਟਦਾ। ਇਹ ਸਾਰੀਆਂ ਗੱਲਾਂ ਮਾਲਣ, ਰੂਪ ਤੇ ਕੇਸਰ ਤਿੰਨਾਂ ਨੇ ਰਾਤ ਨੂੰ ਕੀਤੀਆਂ। ਉਹਨਾਂ ਲਈ ਇਹ ਰਾਤ ਬੜੀ ਭਾਗਾਂ ਵਾਲੀ ਸੀ, ਜਿਸ ਵਿੱਚ ਤਿੰਨਾਂ ਦੀਆਂ ਰੂਹਾਂ ਨੇ ਹਰ ਤਰ੍ਹਾਂ ਸੰਗ ਸ਼ਿਕਵੇ ਤੋਂ ਦੂਰ ਸਾਂਝਾ ਪਾਈਆਂ ਸਨ। ਇਸ ਮਿਲਣੀ ਵਿੱਚ ਕੇਸਰ ਆਪਣੀ ਸੱਸ ਦੇ ਵਰਤਾਰੇ ਨਾਲ ਹੋਰ ਵੀ ਮੋਹਿਆ ਗਿਆ। ਸਵੇਰੇ ਉਸ ਪਿਆਰ ਭਰੇ ਮਨ ਨਾਲ ਰੂਪ ਨੂੰ ਆਖਿਆ, ਚੰਗਾ, ਇਸ ਐਤਵਾਰ ਨੂੰ ਤਿਆਰ ਰਹਿਣਾ, ਮੈਂ ਆਵਾਂਗਾ। ਮੈਂ ਤਾਂ ਕੋਈ ਨਹੀਂ ਜਾਣਾ। ਰੂਪ ਨੇ ਨਖਰੇ ਨਾਲ ਬੁੱਲ ਢਿੱਲਾ ਛੱਡ ਦਿੱਤਾ। ਤੂੰ ਡੱਡੀਏ, ਐਤਵਾਰ ਨੂੰ ਜ਼ਰੂਰ ਆ ਜਾਵੀਂ, ਪਰ ਇਹਨੂੰ ਹਾਲੇ 4 ਦਿਨ ਰਹਿਣ ਤਾਂ ਦੇ। ਮਾਲਣ ਨੇ ਵੀ ਰੂਪ ਦੀ ਰਈ ਕੀਤੀ। ਜੇ ਮੈਨੂੰ ਪਤਾ ਹੁੰਦਾ ਤੂੰ ਵਿਟਰ ਜਾਣਾ ਏ, ਮੈਂ ਲੈ ਕੇ ਹੀ ਨਾ ਆਉਂਦਾ। ਚੰਗਾ, ਫੇਰ ਸਹੀ। ਕੇਸਰ ਅੰਦਰੋਂ ਖੁਸ਼ ਸੀ, ਪਰ ਉੱਪਰੋਂ ਨੁਕਤਾਚੀਨੀ ਵੀ ਕਰ ਰਿਹਾ ਸੀ। ਫੇਰ ਸਹੀ। ਰੂਪ ਦੀ ਇੰਨੀ ਗੱਲ ਸੁਣ ਕੇ ਉਹ ਤਿੰਨੇ ਹੱਸ ਪਏ। ਕੇਸਰ ਸਤਿ ਸ਼੍ਰੀ ਅਕਾਲ ਆਖਦਾ ਬੇਜੀ ਦੇ ਪੈਰਾਂ ਵੱਲ ਝੁਕਿਆ, ਮੁੜ ਘੋੜੀ ਸਵਾਰ ਹੋ ਤੁਰਿਆ। ਉਸ ਦੇ ਤੁਰ ਜਾਣ ਪਿੱਛੋਂ ਮਾਲਣ ਨੇ ਰੂਪ ਨੂੰ ਪੁੱਛਿਆ, ਰੂਪ, ਕੋਈ ਦੁੱਖ ਤਕਲੀਫ? ਸਭ ਠੀਕ ਹੈ ਬੇਜੀ। ਭਾਵੇਂ ਰੂਪ ਨੇ ਆਪਣੀ ਵੇਦਨਾ ਬੇਜੀ ਨੂੰ ਨਹੀਂ ਦੱਸਣੀ ਸੀ, ਪਰ ਕੱਲ ਮਾਲਣ ਨੇ ਇਹ ਆਖ ਕੇ ਕਿ ਮੇਰੀ ਰੂਪ ਕਦੇ ਸ਼ਿਕਾਇਤ ਨਹੀਂ ਕਰੇਗੀ, ਉਸ ਨੂੰ ਹੋਰ ਵੀ ਸੰਜੀਦਾ ਬਣਾ ਦਿੱਤਾ ਸੀ। ਰੂਪ
ਬੇਜੀ ਦੀਆਂ ਦੁੱਖ ਤਕਲੀਫਾਂ ਨੂੰ ਯਾਦ ਕਰਨ ਲੱਗੀ ਕਿ ਕਿਵੇਂ ਇਹ ਮਾਰ ਪੈਂਦੇ ਪੱਥਰ ਵਾਂਗ ਮੂੰਹੋਂ ਨਹੀਂ ਬੋਲੀ ਸੀ ਅਤੇ ਆਪਣਾ ਲੋੜੀਂਦਾ ਸਮਾਂ ਲੰਘਾ ਲਿਆ ਸੀ। ਰੂਪ ਨੇ ਇੱਥੇ ਕੰਮ ਕੋਈ ਨਾ ਹੋਣ ਕਰਕੇ ਅਕੇਵਾਂ ਪ੍ਰਤੀਤ ਕੀਤਾ ਅਤੇ ਰਸੋਈ ਆਦਿ ਦਾ ਸਾਰਾ ਕੰਮ ਕਰਾ ਕੇ ਬੇਜੀ ਦੀ ਸੇਵਾ ਦਾ ਮਸੀਂ ਮੌਕਾ ਮਿਲਿਆ। ਦਿਨ ਇੱਕ ਦਿਨ ਪਿੱਛੋਂ ਦੂਜਾ ਛੜਪਾ ਮਾਰਦੇ ਗਏ। ਕੇਸਰ ਦਾ ਸਬਰ ਇੰਨਾ ਕਾਲਾ ਸੀ ਕਿ ਉਹ ਐਤਵਾਰ ਦੀ ਥਾਂ ਸ਼ਨੀਵਾਰ ਨੂੰ ਹੀ ਕਾਲਜ ਚੋਂ ਸਿੱਧਾ ਸਾਈਕਲ ਤੇ ਨੂਰਪੁਰ ਆ ਗਿਆ। ਜਦ ਰੂਪ ਨੇ ਕੇਸਰ ਨੂੰ ਵਿਹੜੇ ਖੜਿਆਂ ਵੇਖਿਆ, ਉਹ ਪੈਰ ਦੀਆਂ ਤਲੀਆਂ ਤੱਕ ਭਖ ਉੱਠੀ। ਇੱਕ ਇਕਾਂਤ ਵਿੱਚ ਕੇਸਰ ਨੇ ਰੂਪ ਨੂੰ ਵੀਣਿਓਂ ਘੁੱਟ ਲਿਆ। ਕੜਕ ਕੜਕ ਕਰਕੇ 2 ਚੂੜੀਆਂ ਟੁੱਟ ਗਈਆਂ। ਰੂਪ ਦੇ ਮੂੰਹੋਂ ਕੁਦਰਤੀ ਹਾਏ ਨਿਕਲ ਗਿਆ। ਚੂੜੀਆਂ ਟੁੱਟਣਾ ਸੰਘਣੇ ਪਿਆਰ ਦੀ ਨਿਸ਼ਾਨੀ ਹੈ, ਕੇਸਰ ਨੇ ਰੂਪ ਦਾ ਮਨ ਰੱਖਣ ਲਈ ਕਿਹਾ। ਫਿਰ ਸਾਰੀਆਂ ਹੀ ਤੋੜ ਦਿਓ। ਨਿਹੋਰੇ ਤੇ ਨਖਰੇ ਦੀ ਜ਼ਮਾ ਤਫਰੀਕ ਨੇ ਰੂਪ ਨੂੰ ਹੋਰ ਵੀ ਰੂਪਵੰਤ ਬਣਾ ਦਿੱਤਾ। ਤੇਰਾ ਨਾਂ ਨੂਰਜਹਾਂ ਹੋਣਾ ਚਾਹੀਦਾ ਸੀ ਤੇ ਜਨਾਬ ਦਾ ਮਿਸਟਰ ਖੁੰਡੀ ਖਾਂ। ਉਹ ਇੰਨਾ ਹੱਸੀ ਕਿ ਉਸਨੂੰ ਇਹ ਖਿਆਲ ਨਾ ਰਿਹਾ ਕਿ ਮੈਂ ਪੇਕੇ ਘਰ ਹਾਂ। ਕੇਸਰ ਵੀ ਛਿੱਥਾ ਪੈ ਕੇ ਹੱਸਣ ਲਈ ਮਜਬੂਰ ਹੋ ਗਿਆ। ਉਸੇ ਖੁੰਡੀ ਦੀ ਬਰਕਤ ਨਾਲ ਹੀ ਨੂਰਜਹਾਂ ਨੂੰ ਜਿੱਤਿਆ ਸੀ। ਹੁਣ ਉਹ ਗੱਲ ਨਹੀਂ ਬਣਦੀ, ਭਾਵੇਂ ਜੋ ਮਰਜ਼ੀ ਕਹੀ ਜਾਓ। ਉਹ ਤਾੜੀ ਮਾਰ ਕੇ ਪਿੱਛੇ ਹਟ ਗਈ। ਰੂਪ ਇਹਨਾਂ ਦਿਨਾਂ 'ਚ ਬਹੁਤ ਖੁਸ਼ ਸੀ। ਸਹੁਰਿਆਂ ਦੀ ਪੀੜ ਉਹ ਇੱਕ ਤਰ੍ਹਾਂ ਭੁੱਲ ਗਈ ਸੀ। ਜਿਹੜਾ ਦੁੱਖ ਜਵਾਨ ਹੋ ਰਿਹਾ ਹੋਵੇ, ਭਲਾ ਉਹ ਅੱਖਾਂ ਮਿਟਣ ਨਾਲ ਥੋੜੇ ਘਟ ਜਾਂਦਾ ਏ। ਅਗਲੇ ਹਫ਼ਤੇ ਜਦ ਉਹ ਕੇਸਰ ਨਾਲ ਸਹੁਰਿਆਂ ਨੂੰ ਜਾ ਰਹੀ ਸੀ, ਚਿੱਟੀ ਦੁਪਹਿਰ ਵਿੱਚ ਕਾਲਾ ਪਰਛਾਵਾਂ ਉਸਨੂੰ ਬੱਗੀ ਪੀਲੀ ਕਰੀ ਜਾ ਰਿਹਾ ਸੀ। ਉਸਦੀ ਸੂਹਾ ਗੁਲਾਬ ਸੁੰਦਰਤਾ ਵਿੱਚ ਨੀਲਾ ਕਾਲਾ ਜ਼ਹਿਰ ਉਤਰ ਆਇਆ। ਪਿਆਰ ਦੇ ਲਹਿਰੀ ਵਗਦੇ ਦਰਿਆ ਵਿੱਚ ਇੱਕ ਮਗਰਮੱਛ ਜਬਾੜੇ ਖੋਲੀ ਦੌੜ ਰਿਹਾ ਸੀ, ਜਿਸ ਤੋਂ ਬਚਣਾ ਰੂਪ ਨੂੰ ਅਸੰਭਵ ਜਾਪਦਾ ਸੀ। ਉਸਦੇ ਘਰ ਪੈਰ ਪਾਉਂਦਿਆਂ ਹੀ ਭਾਗੋ ਚੂੜੀ ਨੂੰ ਫਿਰ ਹਟਾ ਦਿੱਤਾ, ਕਿਉਂਕਿ ਗੰਦ ਸਮੇਟਣ ਵਾਲੀ ਰੂਪ ਜੋ ਆ ਗਈ ਸੀ। ਤਾਰਾ ਭਾਵੇਂ ਛੋਟਾ ਸੀ, ਪਰ ਇਸ ਦੁਰਾਂਝੇ ਨੂੰ ਨੌ ਜਾਣਦਾ ਸੀ। ਉਹ ਘਰ ਦੀਆਂ ਛੋਟੀਆਂ-ਮੋਟੀਆਂ ਸਭ ਰੂਪ ਨੂੰ ਦੱਸਦਿਆ ਕਰਦਾ ਸੀ। ਭਾਬੀ, ਤੁਹਾਡੇ ਜਾਣ ਪਿੱਛੋਂ ਬਾਪੂ ਜੀ ਬੜਾ ਔਖਾ ਹੋਇਆ। ਕੇਸਰ ਨੂੰ ਗਾਲਾਂ ਦਿੰਦਾ ਸੀ ਕਿ ਜਿਵੇਂ ਰੰਨ ਕਹਿੰਦੀ ਐ ਉਵੇਂ ਕਰਦਾ। ਜੇ ਸਾਲਾ ਚੱਜ ਚਾਰਦਾ ਹੋਵੇ, ਆਥਣ ਨੂੰ ਵਿਆਹ ਦਿਆਂ। ਇਹ ਗੱਲ ਸੁਣਦਿਆਂ ਹੀ ਰੂਪ ਦੇ ਦਿਲ ਸਾਂਗ ਗੱਡੀ ਗਈ, ਪਰ ਉਸ ਤਾਰੇ ਦੇ ਸਾਹਮਣੇ ਆਪਣੇ ਆਪ ਨੂੰ ਅੱਖਾਂ ਭਰਨੋਂ ਰੋਕ ਲਿਆ। ਉਸ ਅੱਖਾਂ ਮੀਟਦਿਆਂ ਕਸੀਸ ਵੱਟੀ ਤੇ ਕੰਮ ਵਿੱਚ ਜੁਟ ਗਈ। ਬਲਦ ਆ ਗਿਆ ਸੀ ਤੇ ਬੇਆਵਾਜ਼ ਕੋਹਲੂ ਚੱਲ ਪਿਆ ਸੀ। ਕੌਣ ਜਾਣੇ ਕਿ ਵਿੱਚ ਕਿੰਨੇ ਕੁ ਤਿਲ ਅਰਮਾਨ ਪੀੜੇ ਨਪੀੜੇ ਜਾ ਰਹੇ ਸਨ। ਅੰਦਰੋਂ ਭਾਵੇਂ ਰੂਪ ਦੀ ਚਰਬੀ ਤੇਲ ਬਣ ਢਲ ਰਹੀ ਸੀ, ਪਰ ਬਾਹਰੋਂ ਉਸ ਹੌਸਲਾ ਨਹੀਂ ਸੀ ਛੱਡਿਆ। ਕੇਸਰ ਉੱਤੇ ਉਸਨੂੰ ਰੱਬ ਨਾਲੋਂ ਵੀ ਬਹੁਤਾ ਭਰੋਸਾ ਸੀ। ਦੁੱਲਾ ਸਿੰਘ ਨੂੰ ਆਪਣੇ ਬੁੱਲ ਵੱਡੇ ਅਜਾਈ ਪ੍ਰਤੀਤ ਹੋਣ ਲੱਗੇ, ਕਿਉਂਕਿ ਰੂਪ ਵਿੱਚ ਕਮਜ਼ੋਰੀ ਦੀ ਦਰਾੜ ਤਾਂ ਕੀ, ਲਿਚਕ ਵੀ ਪੈਦਾ ਨਹੀਂ ਸੀ ਹੋਈ। ਅਖੀਰ ਉਹ ਹੋਛੇ ਹਥਿਆਰਾਂ ਤੇ ਉਤਰ ਆਇਆ। ਉਸ ਆਪਣੀ ਛੋਟੀ ਧੀ ਗੁਰਦੇਵ ਨੂੰ ਸਹੁਰੇ ਜਾਂਦੀ ਨੂੰ ਰੂਪ ਦੀ ਸਿੰਗਰ ਮਸ਼ੀਨ ਚੁੱਕ ਕੇ ਦੇ ਦਿੱਤੀ। ਘਰ ਵਾਲਿਆਂ ਨੂੰ ਇਹ ਕਹਿ ਕੇ ਵਰਾ ਦਿੱਤਾ ਕਿ ਸ਼ਹਿਰੋਂ ਨਵੀਂ ਲੈ ਆਵਾਂਗਾ। ਰੂਪ ਦਾ ਅੰਦਰ ਵੱਢਿਆ ਜਾਣਾ ਕੁਦਰਤੀ ਸੀ, ਪਰ ਮੂੰਹੋਂ ਕੁਝ ਨਾ ਬੋਲੀ। ਉਸ ਔਖਾ ਭਾਰਾ ਹੁੰਦੇ ਕੇਸਰ ਨੂੰ ਵੀ ਰੋਕ ਲਿਆ। ਇਹ ਉਸ ਨੂੰ ਨਿਸ਼ਚਾ ਸੀ ਕਿ ਜਦ ਮੇਰੇ ਦਾਜ ਦੀ ਮਸ਼ੀਨ ਚਲੀ ਗਈ, ਹੋਰ ਨਵੀਂ ਕਦੋਂ ਆਉਣੀ ਹੈ। ਦਿਨ ਲੰਘਦੇ ਗਏ, ਮਸ਼ੀਨ ਨਹੀਂ ਆਉਣੀ ਸੀ, ਨਾ ਆਈ। ਕੇਸਰ ਇੱਕ ਵਾਰ ਫੇਰ ਕਲੇਸ਼ ਕਰਨ ਲਈ ਤਿਆਰ ਹੋ ਗਿਆ, ਪਰ ਰੂਪ ਹਰ ਵਾਰ ਉੱਠਦੀ ਅੱਗ ਤੇ ਮਿੱਟੀ ਪਾ ਦਿੰਦੀ। ਮਸ਼ੀਨ ਖੁੱਸ ਜਾਣ ਨਾਲ ਰੂਪ ਨੂੰ ਸਾਰੇ ਟੱਬਰ ਦੇ ਕੱਪੜੇ ਸਿਉਣ ਦੀ ਖਜਾਲਤ ਮੁੱਕ ਗਈ। ਸਿਲਾਈ ਦਾ ਖਰਚਾ ਪੈਣ ਨਾਲ ਦੁੱਲਾ ਸਿੰਘ ਨੂੰ ਵੀ ਪਤਾ ਲੱਗ ਗਿਆ ਕਿ ਘਰ ਦੀ ਮਸ਼ੀਨ ਕਿੰਨੀ ਬੱਚਤ ਕਰਦੀ ਸੀ, ਪਰ ਉਸ ਦੇ ਸਾਹਮਣੇ ਬੱਚਤ ਜਾਂ ਉਜਾੜਾ ਨਹੀਂ, ਸਗੋਂ ਹਾਬੜੀ ਕਾਮਨਾ ਸੀ। ਰੂਪ ਇੱਕ ਵਾਰ ਹੱਸ ਕੇ ਬੋਲਦੀ, ਉਹ 10 ਮਸ਼ੀਨਾਂ ਲੈ ਕੇ ਦੇਣ ਨੂੰ ਤਿਆਰ ਸੀ। ਜਦ ਜੱਟ ਦੀ ਕੀਤੀ ਵਧੀਕੀ ਨਾਲ ਕੋਈ ਗੜਬੜ ਪੈਦਾ ਨਾ ਹੋਈ ਤੇ ਨਾ ਹੀ ਉਸਦੀ ਕਿਸੇ ਮਿਹਨਤ ਕੀਤੀ, ਤਦ ਉਹ ਹੋਰ ਵੀ ਖਿਝ ਗਿਆ। ਇੱਕ ਦਿਨ ਉਸ ਹਵੇਲੀ ਸੁੰਬਰਦੀ ਰੂਪ ਨੂੰ ਸੇਲੇ ਚੋਬਵੀਆਂ ਨਜ਼ਰਾਂ ਨਾਲ ਝਾਕਦਿਆਂ ਤਾੜਿਆ। ਤੂੰ ਲੋਕਾਂ ਕੋਲ ਘਰ ਦੀਆਂ ਚੁਗਲੀਆਂ ਕਰਦੀ ਆਂ? ਅੱਜ ਆ ਲੈਣ ਦੇ ਤੇਰੇ ਖਸਮ ਨੂੰ। ਰੂਪ ਨਾ ਡਰੀ ਤੇ ਨਾ ਹੀ ਸਹਿਮੀ। ਉਹ ਆਪਣੇ ਧਿਆਨ ਕੰਮ ਲੱਗੀ ਰਹੀ ਅਤੇ ਕੋਈ ਜਵਾਬ ਨਾ ਦਿੱਤਾ, ਜਿਵੇਂ ਕੁਝ ਸੁਣਿਆ ਹੀ ਨਹੀਂ ਸੀ। ਆਥਣ ਨੂੰ ਉਸਦਾ ਖਸਮ ਆਇਆ ਤੇ ਸਵੇਰੇ ਚਲਾ ਗਿਆ। ਜਿਸ ਘਟਨਾ ਦੇ ਹੋਣ ਦੀ ਆਸ ਸੀ, ਉਹ ਨਾ ਹੋਈ। ਫਿਰ ਉਹ ਸਮਝਿਆ ਇਹ ਵੀ ਫੋਕਾ ਰੋਬ ਦੇਣ ਲਈ ਹੀ ਊਜ ਘੜੀ ਸੀ। ਉਸ ਦਿਨ ਤੋਂ ਹੀ ਰੂਪ ਨੇ ਗਵਾਂਢਣਾਂ ਨਾਲ ਬੋਲਬਾਣੀ ਘਟਾ ਦਿੱਤੀ। ਦੁੱਲਾ ਸਿੰਘ ਆਪਣੇ ਕਰਤੱਵ ਦੇ ਹੱਲੇ ਤੋਂ ਛਿੱਥਾ ਨਹੀਂ ਪਿਆ ਸੀ। ਉਹ ਮਤਲਬ ਕੱਢਣ ਲਈ ਨਰਮ ਤੇ ਮਿੱਠਾ ਹੋ ਗਿਆ। ਕਰੜਾ ਪੈ ਕੇ ਉਹ ਫੇਲ ਹੋ ਚੁੱਕਾ ਸੀ। ਉਸ ਬਾਜ਼ਾਰੀ ਆਸ਼ਕਾਂ ਵਾਂਗ ਰੂਪ ਨੂੰ ਇੱਕ ਵਧੀਆ ਸੂਟ ਲੈ ਕੇ ਦੇ ਦਿੱਤਾ। ਕੁੜੀਏ, ਨਿੱਕੀਆਂ ਨਿੱਕੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਹੁੰਦਾ, ਤੇਰੀ ਮਸ਼ੀਨ ਵੀ ਆ ਜਾਏਗੀ। ਰੂਪ ਨੇ ਉਸ ਨੂੰ ਹੱਥ ਵੀ ਨਾ ਲਾਇਆ। ਤੇਜੋ ਆਨੇ ਪਾੜ ਵੇਖ ਰਹੀ ਸੀ। ਰੂਪ ਸਮਝਦੀ ਸੀ ਸੱਪ ਕਿੰਨਾ ਖੂਬਸੂਰਤ ਤਰੀਕੇ ਨਾਲ ਮੇਲੇ, ਡੰਗ ਉਹ ਕਦੇ ਵੀ ਮਾਰ ਸਕਦਾ ਹੈ।
ਉਸ ਦੀ ਮਸ਼ੀਨ ਆ ਗਈ, ਪਰ ਉਸ ਵਿੱਚ ਤਬਦੀਲੀ ਨਹੀਂ ਆਉਣੀ ਸੀ ਨਾ ਆਈ। ਭਾਗੋ ਨੇ ਗੋਹਾ ਕੂੜਾ ਮੁੜ ਸਾਂਭ ਲਿਆ। ਰੂਪ ਉੱਤੇ ਆਏ ਦਿਨ ਕੋਈ ਨਾ ਕੋਈ ਮਿਹਰਬਾਨੀ ਹੋਣ ਲੱਗੀ। ਇੱਕ ਦਿਨ ਦੁੱਲਾ ਸਿੰਘ ਨੇ ਮੁਸਕਾਂਦੀ ਰੂਪ ਨੂੰ ਦੇਖ ਕੇ ਗਲਤਫਹਿਮੀ ਲੈ ਲਈ। ਉਹ ਸਮਝਣ ਲੱਗਾ ਕਿ ਰੂਪ ਦਾ ਮਨ ਢਲ ਆਇਆ ਹੈ ਤੇ ਉਸ ਤੋਂ ਦਿਲ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ। ਉਹ ਮੌਕੇ ਦੀ ਤਾੜ ਰੱਖਣ ਲੱਗਾ। ਇਸ ਦੇ ਉਲਟ ਰੂਪ ਉਸ ਦੀਆਂ ਹਰਕਤਾਂ ਵੇਖ-ਵੇਖ ਰੋਣ ਹਾਕੀ ਹੋਈ ਪਈ ਸੀ। ਕੋਈ ਪਿਓ ਧੀਆਂ ਨਾਲ ਵੀ ਇਸ ਤਰ੍ਹਾਂ ਕਰਦਾ ਹੈ? ਉਹ ਭਰੀ ਪਿੱਤੀ ਦਿਨ ਤੋੜੀ ਗਈ, ਪਰ ਉਸ ਨੂੰ ਵਿਸ਼ਵਾਸ ਹੋ ਚੁੱਕਾ ਸੀ ਕਿ ਇਹ ਲੱਸੀ ਵਾਲੀ ਹਾਂਡੀ ਇੱਕ ਦਿਨ ਚੁਰਾਹੇ 'ਚ ਜ਼ਰੂਰ ਭੱਜੇਗੀ। ਆਖਰ ਉਹ ਕਾਰਾ ਹੋ ਹੀ ਗਿਆ, ਜਿਸ ਨੂੰ ਜ਼ਮੀਰ ਨੇ ਮੋਹਰਾ ਖਾ ਕੇ ਹੋਣੋਂ ਰੋਕੀ ਰੱਖਿਆ ਸੀ। ਰੂਪ ਹਵੇਲੀ ਬਾਲਣ ਲੈਣ ਵਾਸਤੇ ਖਾਲੀ ਟੋਕਰਾ ਲੈ ਕੇ ਆਈ ਅਤੇ ਦੁੱਲਾ ਸਿੰਘ ਵੀ ਧਰਮਸ਼ਾਲਾ 'ਚ ਉੱਠ ਕੇ ਉਸ ਦੇ ਪਿੱਛੇ ਲੱਗ ਤੁਰਿਆ। ਸਹੁਰੇ ਨੂੰ ਆਉਂਦਿਆਂ ਵੇਖ ਰੂਪ ਦਾ ਮੱਥਾ ਠਣਕਿਆ। ਦੁੱਲਾ ਸਿੰਘ ਦੀਆਂ ਲਿਸ਼ਕਦੀਆਂ ਅੱਖਾਂ ਤੇ ਮੁਸਕਾਉਂਦੇ ਬੁੱਲ੍ਹਾਂ ਤੋਂ ਉਸ ਅਨੁਮਾਨ ਲਾ ਲਿਆ ਕਿ ਉਹ ਕਿਸ ਨੀਅਤ ਨਾਲ ਆ ਰਿਹਾ ਹੈ। ਪਸ਼ੂਆਂ ਵਾਲੇ ਬਾੜੇ 'ਚ ਦੁੱਲਾ ਸਿੰਘ ਇੱਕ ਪਸ਼ੂ ਹੋ ਕੇ ਰਹਿ ਗਿਆ। ਉਹ ਅੱਗੇ ਹੀ ਅੱਗੇ ਵੱਧਦਾ ਆਇਆ। ਰੂਪ ਦਾ ਕਈ ਮਹੀਨਿਆਂ ਦਾ ਘੁੱਟਿਆ ਵਟਿਆ ਗੁੱਸਾ ਕ੍ਰੋਧ ਬਣ ਗਿਆ। ਮਨਾ, ਇਸ ਨੂੰ ਉਦੋਂ ਹੀ ਕੁਝ ਕਹੇਗਾ। ਉਸ ਝੱਟ ਆਪਣਾ ਘੁੰਡ ਚੱਕ ਦਿੱਤਾ ਤੇ ਇੱਕ ਕਦਮ ਸਹੁਰੇ ਵੱਲ ਨੂੰ ਪੁੱਟ ਲਿਆ। ਦੁੱਲਾ ਸਿੰਘ ਰੂਪ ਨੂੰ ਚੰਡੀ ਦੇ ਰੂਪ 'ਚ ਦੇਖ ਕੇ ਪਿਛਾਂਹ ਹਟ ਗਿਆ। ਕਿਉਂ, ਮੇਰੇ ਤੇ ਗੁਰਦੇਵ ਵਿੱਚ ਕੀ ਫਰਕ ਹੈ? ਤੇਰੇ ਵਰਗੇ ਧਰਮੀ ਪਿਓ ਦਾ ਮੂੰਹ ਕਾਲਾ ਕਰਕੇ ਪਿੰਡ 'ਚ ਨਾ ਫੇਰਿਆ ਜਾਵੇ? ਕੀ ਖਿਆਲ ਹੈ, ਇਸ ਜਿਉਣ ਨਾਲੋਂ ਕੁਝ ਖਾ ਕੇ ਮਰਿਆ ਨਹੀਂ ਜਾਂਦਾ? ਦੁੱਲਾ ਸਿੰਘ ਖੜਾ ਖਲੋਤਾ ਮਿੱਟੀ ਹੋ ਗਿਆ। ਉਸ ਦੀ ਜੀਭ ਤਾਲੂਏ ਨਾਲ ਲੱਗ ਗਈ। ਜਿਸ ਨੂੰ ਬੇਜ਼ਬਾਨ ਬੱਕਰੀ ਸਮਝਿਆ ਸੀ, ਛੀਣੀ ਬਣ ਖਲੋਤੀ ਸੀ। ਉਹ ਕੜਕ ਕੇ ਫੇਰ ਬੋਲੀ, ਬਥੇਰਾ ਚਿਰ ਮਨ ਮਾਰ ਕੇ ਜ਼ਹਿਰ ਪੀਤਾ, ਅੱਜ ਉਹਨਾਂ ਨੂੰ ਤੇਰੀਆਂ ਸਾਰੀਆਂ ਕਰਤੂਤਾਂ ਦੱਸਾਂਗੀ। ਜਦ ਪਿਓ ਹੀ ਉੱਠ ਕੇ ਨਿਕਲ ਜਾਣ, ਧੀਆਂ ਦਾ ਕੀ ਵਸੇਬਾ। ਉਹ ਬਾਲਣ ਵਾਲਾ ਟੋਕਰਾ ਸੁੱਟ ਕੇ ਘਰ ਨੂੰ ਵਗ ਤੁਰੀ। ਉਹ ਥਾਂ ਦੀ ਥਾਂ ਖਲੋਤਾ ਸੋਚੀ ਜਾ ਰਿਹਾ ਸੀ ਕਿ ਹੁਣ ਕੀ ਹੋਵੇਗਾ। ਇਹ ਕੇਸਰ ਨੂੰ ਜ਼ਰੂਰ ਦੱਸ ਦੇਵੇਗੀ। ਮੈਂ ਕਿਵੇਂ ਰੋਕਾਂ? ਪੈਰੀਂ ਡਿੱਗ ਕੇ ਮਾਫੀ ਮੰਗ ਲਵਾਂ? ਜਦ ਉਸ ਦੇਖਿਆ ਕਿ ਰੂਪ ਜਾ ਚੁੱਕੀ ਸੀ, ਹੁਣ ਕੀ ਕਰਾਂ? ਉਹ ਘਰ ਜਾ ਕੇ ਰੌਲਾ ਪਾਵੇਗੀ। ਉਹ ਵੀ ਕਾਲੀ ਕਾਲੀ ਘਰ ਨੂੰ ਤੁਰ ਪਿਆ। ਜਰਵਾਣਾ ਮਨੁੱਖ ਆਪਣੀ ਗਲਤੀ ਨੂੰ ਢੱਕਣ ਲਈ ਕਈ ਵਾਰ ਪਾਪ ਕਰਨ ਲਈ ਤਿਆਰ ਹੋ ਜਾਂਦਾ ਹੈ। ਦੁੱਲਾ ਸਿੰਘ ਨੇ ਰੂਪ ਦੇ ਪਿੱਛੇ ਪਿੱਛੇ ਘਰ ਪਹੁੰਚਦਿਆਂ ਹੀ ਕਬੂਲਾਂ ਦੀ ਸੀੜ ਧਰ ਲਈ। ਤੂੰ ਕੁੱਤੀਏ, ਹਵੇਲੀ ਯਾਰ ਹੰਡਾਉਣ ਗਈ ਸੀ ਜਾਂ ਬਾਲਣ ਲੈਣ? 2 ਮਿੰਟ ਦੀ ਹੀ ਕਸਰ ਰਹਿ ਗਈ, ਜੇ ਉੱਥੇ ਦੋਹਾਂ ਦੇ ਟੋਟੇ ਨਾ ਕਰ ਦਿੰਦਾ। ਓਏ, ਸਾਥੋਂ ਨਹੀਂ ਤੇਰੀ ਥਾਂ ਫਾਹੇ ਲੱਗੀ ਦਾ। ਤੂੰ ਕਿਨਾਰਾ ਕਰ, ਅਸੀਂ ਮੁੰਡਾ ਵਿਆਹ ਲਾਂਗੇ। ਜਿਹੜੀ ਰੂਪ ਹੁਣੇ ਛੀਣੀ ਬਣ ਕੇ ਹਟੀ ਸੀ, ਮੁੜ ਬੇਜ਼ਬਾਨ ਬੱਕਰੀ ਵਾਂਗ ਡਿੱਗ ਪਈ, ਜਿਸ ਨੂੰ ਬਾਗ ਨੇ ਘੇਰ ਲਿਆ ਸੀ। ਉਹ ਐਨੀ ਵੱਡੀ ਊਜ ਤੇ ਅਸਲੋਂ ਗੁੰਗੀ ਹੋ ਗਈ। ਦੁੱਲਾ ਸਿੰਘ ਵਿਹੜੇ 'ਚ ਵਿਫਰਿਆ ਬਾਰ-ਬਾਰ ਦਾੜੀ ਖਿੱਚ ਰਿਹਾ ਸੀ। ਤੇਜੋ ਤੇ ਉਸ ਦੀ ਵੱਡੀ ਧੀ ਮੁਖਤਿਆਰੋਂ ਸੁਣ ਕੇ ਮੂੰਹ 'ਚ ਉਂਗਲਾਂ ਲੈ ਰਹੀਆਂ ਸਨ। ਟੋਕਰਾ ਹਵੇਲੀ ਛੱਡ ਆਉਣ ਅਤੇ ਰੂਪ ਦੀ ਭਬੂਤਰੀ ਸ਼ਕਲ ਵੇਖ ਕੇ ਉਹ ਵੀ ਹੈਰਾਨ ਹੋ ਗਈਆਂ ਸਨ। ਉਹਨਾਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਰੂਪ ਐਨੀ ਚੰਦਰੀ ਹੋਵੇਗੀ। ਸੱਸ ਦਾ ਆਪਣੇ ਥਾਂ ਬਿਮਾਰੀ ਨਾਲ ਬੁਰਾ ਹਾਲ ਸੀ। ਉਸ ਕੁਝ ਨਹੀਂ ਸਮਝਿਆ ਸੀ ਬਾਹਰ ਕੀ ਹੋਇਆ ਏ। ਓਏ, ਸਾਡੇ ਵੱਲੋਂ ਚੂੜਿਆਂ ਦੇ ਵਸ ਭਾਵੇਂ ਚਮਿਆਰਾਂ ਦੇ, ਸਾਡੇ ਘਰੋਂ ਹੁਣੇ ਨਿਕਲ ਜਾ, ਕਿਤੇ ਅਸੀਂ ਹਰਖ ਦੇ ਮਾਰੇ ਕੋਈ ਕਾਰਾ ਨਾ ਕਰ ਬੈਠੀਏ। ਦੁੱਲਾ ਸਿੰਘ ਨੇ ਹਾਲਾਤ ਨੂੰ ਚਫੇਰਿਓਂ ਘੇਰਨਾ ਚਾਹਿਆ। ਰੂਪ ਨੇ ਘਰਦਿਆਂ ਵੱਲ ਸਹਾਇਤਾ ਚਾਹੁੰਦੀਆਂ ਅੱਖਾਂ ਨਾਲ ਤੱਕਿਆ। ਉਹਨਾਂ ਨੂੰ ਉਸ ਦੇ ਬੇਗੁਨਾਹ ਅਤੇ ਮਾਸੂਮ ਹੋਣ ਦਾ ਵਿਸ਼ਵਾਸ ਤਾਂ ਆ ਗਿਆ, ਪਰ ਕੁਝ ਆਖਣ ਦਾ ਜੇਰਾ ਕਰਨ ਤੋਂ ਪਹਿਲਾਂ ਉਹਨਾਂ ਨੀਵੀਆਂ ਪਾ ਲਈਆਂ। ਹਾਲਾਤ ਕੁਝ ਅਜਿਹੇ ਪੈਦਾ ਹੋ ਗਏ ਕਿ ਰੂਪ ਲਈ ਬੋਲੇ ਬਿਨਾਂ ਚਾਰਾ ਨਾ ਰਿਹਾ। ਕੋਈ ਨਹੀਂ ਬਾਪੂ ਜੀ, ਉਹਨਾਂ ਨੂੰ ਆ ਲੈਣ ਦਿਓ। ਮੇਰੇ ਕਸੂਰ ਦਾ ਵੀ ਨਿਤਾਰਾ ਹੋ ਜਾਊਗਾ ਤੇ ਤੁਹਾਡੀ ਕਰਤੂਤ ਦਾ ਵੀ ਪਤਾ ਲੱਗ ਜਾਊਗਾ। ਮੇਰੀ ਕਰਤੂਤ ਕੀ ਲੁੱਚੀਏ? ਉੱਠ, ਇਸੇ ਵਕਤ ਘਰੋਂ ਨਿਕਲ। ਦੁੱਲਾ ਸਿੰਘ ਨੇ ਤੁਰ ਜਾਣ ਲਈ ਬਾਂਹ ਸਿੱਧੀ ਕਰ ਲਈ। ਆਥਣ ਪੈ ਲੈਣ ਦਿਓ, ਮੈਂ ਘਰ ਚੁੱਕ ਨਹੀਂ ਲਿਜਾਉਣਾ। ਰੂਪ ਨੂੰ ਸਹੁਰੇ ਅੱਗੇ ਨੰਗੇ ਮੂੰਹ ਬੋਲਦਿਆਂ ਵੇਖ ਕੇ ਤੇਜੋ ਤੇ ਮੁਖਤਿਆਰੋ ਪਰੇਸ਼ਾਨ ਹੋ ਗਈਆਂ। ਓਏ, ਆਥਣ ਕਿਸ ਕੰਜਰ ਨੂੰ ਆਇਆ? ਮੈਂ ਤੈਨੂੰ 1 ਮਿੰਟ ਨਹੀਂ ਘਰ ਰਹਿਣ ਦੇਣਾ। ਜਾ ਆਪਣੇ ਜਿਹੜੇ ਤਗੜੇ ਕੋਲ ਜਾਣਾ ਏ। ਸਹੁਰਾ ਬੁਰੀ ਤੇ ਆਇਆ ਹੋਇਆ ਸੀ। ਉਹ ਇਹ ਵੀ ਸਮਝਦਾ ਸੀ ਕਿ ਜੇ ਇਸ ਨੂੰ ਕੇਸਰ ਦੇ ਆਉਣ ਤੋਂ ਪਹਿਲਾਂ ਪੇਕਿਆਂ ਨੂੰ ਨਾ ਤੋਰਿਆ, ਕੰਮ ਹੋਰ ਵੀ ਖਰਾਬ ਹੋ ਜਾਏਗਾ। ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਘਰੋਂ ਇੱਕ ਪੈਰ ਨਹੀਂ ਪੁੱਟਣਾ, ਭਾਵੇਂ ਮੇਰੀ ਜਿੰਦ ਨਿਕਲ ਜਾਵੇ। ਜਗਰੂਪ ਗੁੱਸੇ 'ਚ ਥੋੜੀ ਜਜ਼ਬਾਤੀ ਹੋ ਗਈ। ਅੱਛਾ, ਇਹ ਗੱਲ ਹੈ। ਦੁੱਲਾ ਸਿੰਘ ਨੇ ਰੂਪ ਨੂੰ ਬੇਕਿਰਕ ਹੋ ਕੇ ਬਾਹੋਂ ਫੜ ਕੇ ਖਿੱਚਣਾ ਸ਼ੁਰੂ ਕਰ ਦਿੱਤਾ। ਮੈਂ ਵੇਖਦਾ ਤੂੰ ਕਿਵੇਂ ਘਰੋਂ ਪੈਰ ਨਹੀਂ ਪੁੱਟਦੀ। ਤੇਰੇ ਵਰਗੀ ਚਵਲ ਨੂੰ ਦੁੱਲਾ ਸਿੰਘ ਘਰ ਰੱਖੇ, ਇਦੋਂ ਮਾਰਿਆ ਨਾ ਜਾਊ। ਤੂੰ ਹੀ ਜਾਂਦੀ ਰੂਪ ਦੀ ਰੋਣ ਬਿਨਾ ਕੋਈ ਵਾਹ ਨਾ ਗਈ। ਦੁੱਲਾ ਸਿੰਘ ਉੱਤੇ ਹੱਥ ਚੱਕਣਾ ਉਸ ਫੇਰ ਵੀ ਚੰਗਾ ਨਾ ਸਮਝਿਆ। ਸੱਸ ਨੇ ਬੌੜੀ ਦੁਹਾਈ ਜ਼ਰੂਰ ਪਾਈ, ਪਰ ਮੰਜੇ ਤੇ ਅਸਮਰੱਥ ਪਈ ਦੀ ਕਿਸੇ ਨਾ ਸੁਣੀ। ਤੇਜੋ ਸੁੰਨ ਵੱਟ ਗਈ ਸੀ, ਪਰ ਦਿਲ ਉਸ ਦਾ ਦੁਖੀ ਹੋਣੋਂ ਨਾ ਰਹਿ ਸਕਿਆ। ਸਭ ਤੋਂ ਦੁੱਖ ਵਾਲੀ ਗੱਲ, ਮੁਖਤਿਆਰੋ ਨੇ ਵੀ ਉੱਠ ਕੇ ਪਿਓ ਨੂੰ ਨਾ ਰੋਕਿਆ, ਜਿਹੜੀ ਰੋਕ ਸਕਦੀ ਸੀ।
ਰਤਨ ਸਿੰਘ ਖੇਚ ਸੀ ਤੇ ਤਾਰਾ ਸਕੂਲ। ਰੂਪ ਦੀ ਸਹਾਇਤਾ ਲਈ ਕੋਈ ਨਾ ਬੋੜਿਆ। ਉਸ ਰਹਿ ਪੈਣ ਲਈ ਆਪਣਾ ਆਪ ਬਥੇਰਾ ਛੁਡਾਇਆ, ਪਰ ਕਸਾਈ ਉਸ ਨੂੰ ਖਿੱਚਦਾ ਬਾਹਰਲੀ ਡਿਓਢੀ ਤੱਕ ਲੈ ਆਇਆ। ਰੋਂਦੀ ਅਤੇ ਬੂਹ ਪਾਰਿਆ ਕਰਦੀ ਰੂਪ ਨੂੰ ਸੁਣ ਕੇ ਗਲੀ ਦੀਆਂ ਗਵਾਂਢਣਾਂ ਤੇ 2-4 ਆਦਮੀ ਨਿਕਲ ਆਏ। ਉਹਨਾਂ ਦੁੱਲਾ ਸਿੰਘ ਨੂੰ ਬੇਨਤੀ ਕੀਤੀ, ਦੁੱਲਾ ਸਿਆਂ ਜਾਣ ਦੇ, ਉਹ ਕੁਝ ਤਾਂ ਸਿਆਣਾ ਬਣ, ਖਬਰਦਾਰ ਜੇ ਕਿਸੇ ਮੈਨੂੰ ਕੁਝ ਆਖਿਆ। ਹਫਿਆ ਦੁੱਲਾ ਸਿੰਘ ਖਫੇ ਖੂਨ ਹੋਇਆ ਪਿਆ ਸੀ। ਇੱਕ ਵਾਰ ਹੀ ਸਾਰਿਆਂ ਦੀਆਂ ਜ਼ਬਾਨਾਂ ਨੂੰ ਜੰਦਰੇ ਲੱਗ ਗਏ। ਰੂਪ ਦਾ ਕਿਸੇ ਸੁਪਨੇ 'ਚ ਵੀ ਮੜੱਪਣ ਨਹੀਂ ਵੇਖਿਆ ਸੀ। ਅਨਰਥ ਹੁੰਦਾ ਵੇਖ ਉਹ ਪਛਤਾਵਾ ਕਰਨੋਂ ਨਾ ਰਹਿ ਸਕੇ। ਪਰ ਕਿਸੇ ਦੇ ਨਿੱਜੀ ਝਗੜੇ, ਉਹ ਵੀ ਸਹੁਰੇ ਨੂੰਹ ਦੇ ਵਖੇਦ ਵਿੱਚ ਬਿਨਾਂ ਪੁੱਛੇ ਕਿਵੇਂ ਚੌਧਰੀ ਬਣਦੇ, ਉਹਨਾਂ ਸਭਨਾਂ ਦਾ ਦਿਲ ਦੁੱਲਾ ਸਿੰਘ ਨੂੰ ਬੁਰਾ ਭਲਾ ਆਖ ਰਿਹਾ ਸੀ। ਉਹਨਾਂ ਦੇ ਚਿਹਰਿਆਂ ਉੱਤੇ ਅਜਿਹੇ ਕਮੀਨੇ ਬੰਦੇ ਲਈ ਫਟਕਾਰ ਹੀ ਫਟਕਾਰ ਉਕਰੀ ਹੋਈ ਸੀ। ਦੁੱਲਾ ਸਿੰਘ ਨੇ ਗੋਥਲੀ ਰੂਪ ਨੂੰ ਗਲੀ 'ਚ ਭਗਾ ਮਾਰਿਆ ਤੇ ਆਪ ਤਖਤੇ ਢੋਣ ਲੱਗ ਪਿਆ। ਬੇਹਾਲ ਤੇ ਰੋਂਦੀ ਹੋਈ ਜਗਰੂਪ ਫਿਰ ਉੱਠ ਕੇ ਬੂਹੇ ਅੱਗੇ ਆ ਗਈ, ਪਰ ਦੁੱਲਾ ਸਿੰਘ ਨੇ ਉਸ ਨੂੰ ਧੱਕਾ ਮਾਰ ਕੇ ਅੰਦਰੋਂ ਕੁੰਡੀ ਮਾਰ ਲਈ। ਧਾਹਾਂ ਮਾਰਦੀ ਜਗਰੂਪ ਤਖਤਿਆਂ ਨਾਲ ਚੁੰਬੜੀ ਰਹੀ ਤੇ ਧੱਕੇ ਮਾਰਦੀ ਰਹੀ। ਮੁਖਤਿਆਰੋ ਅਤੇ ਤੇਜੋ ਨੂੰ ਉਸ ਬਾਰ-ਬਾਰ ਪੁਕਾਰਿਆ, ਪਰ ਬੂਹਾ ਨਾ ਖੁੱਲਿਆ। ਕਿਸੇ ਜੀ ਦੇ ਵੀ ਮਨ ਮਿਹਰ ਨਾ ਪਈ, ਇੱਥੋਂ ਤੱਕ ਕਿ ਰੱਬ ਵੀ ਗੁੰਗਾ ਬੋਲਾ ਹੋ ਗਿਆ। ਗਲੀ 'ਚ ਖਲੋਤੇ ਸਾਰਿਆਂ ਗਵਾਂਢੀਆਂ ਦਾ ਜੀ ਭੈੜਾ ਪਿਆ ਹੋਇਆ ਸੀ। 1-2 ਵਹੁਟੀਆਂ ਨੇ ਤਾਂ ਅੱਖਾਂ ਵੀ ਭਰ ਲਈਆਂ। ਦੁੱਲਾ ਸਿੰਘ ਤੋਂ ਡਰਦਿਆਂ ਕਿਸੇ 'ਚ ਹਿੰਮਤ ਨਾ ਪਈ ਕਿ ਰੋਂਦੀ ਮਜ਼ਲੂਮ ਨੂੰ ਦਿਲਬਰੀ ਦੇਵੇ। ਅਖੀਰ ਇੱਕ ਜਵੇ ਵਾਲੀ ਗਵਾਂਢਣ ਨੇ ਜੇਰਾ ਕੀਤਾ, ਵਹੁਟੀਏ ਤੂੰ ਉੱਠ, ਇੱਥੇ ਰੋ ਨਾ, ਆ ਮੇਰੇ ਘਰ ਬੈਠ, ਉਦੋਂ ਨੂੰ ਕੇਸਰ ਆ ਜਾਵੇਗਾ। ਕਿਵੇਂ ਕਸਾਈ ਪੁਣਾ ਕੀਤਾ ਏ। ਉਸ ਰੂਪ ਨੂੰ ਉਠਾ ਕੇ ਕੱਪੜੇ ਝਾੜੇ। ਰੂਪ 2 ਕਦਮਾਂ ਪੁੱਟ ਕੇ ਫਿਰ ਰੁਕ ਗਈ ਤੇ ਡੁਸਕਦੀ ਨੇ ਜਾਣੋ ਨਾ ਕਰ ਦਿੱਤੀ। ਉਸ ਸੋਚ ਲਿਆ ਕਿ ਕਿਸੇ ਦੇ ਘਰ ਬਹਿਣ ਨਾਲ ਹੋਰ ਗੱਲਾਂ ਵੀ ਬਣ ਸਕਦੀਆਂ ਹਨ। ਅੱਗੇ ਦੁੱਧ ਧੋਤੀ ਦਾ ਜਿਉਣ ਦੁੱਬਰ ਹੋਇਆ ਪਿਆ ਏ। ਉਹ ਉਸ ਤਰ੍ਹਾਂ ਹੀ ਤਮਾਸ਼ਾ ਵੇਖਣ ਵਾਲਿਆਂ ਨੂੰ ਛੱਡ ਕੇ ਬਾਹਰ ਨੂੰ ਤੁਰ ਪਈ। ਦੇਖਣ ਵਾਲੀਆਂ ਤਰੀਮਤਾਂ ਦੀ ਦਸ਼ਾ ਮੁਰਛਾਈ ਜਾ ਰਹੀ ਸੀ। ਨਿਰਦੋਸ਼ ਸੀਤਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ। ਸੀਤਾ ਨੇ ਜੇਰਾ ਕਰਕੇ ਰੋਣ ਥੰਮ ਲਿਆ ਅਤੇ ਪਿੰਡ ਦੀ ਨਿਆਈ 'ਚ ਆ ਗਈ। ਉਸ ਮਨ ਬਣਾ ਲਿਆ ਕਿ ਕੇਸਰ ਦੀ ਹਰ ਹਾਲਤ ਵਿੱਚ ਇੰਤਜ਼ਾਰ ਕਰਨੀ ਹੈ। ਉਸ ਤੋਂ ਪਿੱਛੋਂ ਕੀ ਕਰੇਗੀ, ਕਿੱਧਰ ਨੂੰ ਜਾਵੇਗੀ, ਉਸ ਨੂੰ ਕੋਈ ਪਤਾ ਨਹੀਂ ਸੀ। ਪ੍ਰਾਇਮਰੀ ਸਕੂਲ ਕੋਲ ਆ ਕੇ ਉਹ ਰੁਕ ਗਈ। ਉਸ ਇੱਕ ਮੁੰਡੇ ਰਾਹੀਂ ਤਾਰੇ ਨੂੰ ਬਾਹਰ ਸੱਦ ਲਿਆ। ਤਾਰਾ ਭਾਬੀ ਦੀ ਰੋਈ ਹਾਲਤ ਵੇਖ ਕੇ ਉਧਰ ਜਿਹਾ ਗਿਆ। ਤੂੰ ਤਾਰੂ ਮੇਰੇ ਨਾਲ ਆ ਜਾ। ਰੂਪ ਨੇ ਆਪਣੇ ਲਈ ਮਾਸੂਮ ਦਾ ਆਸਰਾ ਰੱਬੀ ਮਿਹਰ ਸਮਝੀ। ਤਾਰਾ ਆਪਣੀ ਭਾਬੀ ਦੇ ਪਿੱਛੇ ਤੁਰ ਪਿਆ ਤੇ ਥੋੜੇ ਚਿਰ ਪਿੱਛੋਂ ਪੁੱਛਣ ਲੱਗਾ, ਹਿੱਦਰ ਭਾਬੀ ਕਿੱਥੇ ਜਾਣਾ ਏ? ਤੇਰੇ ਬਾਈ ਦੇ ਰਾਹ ਤੇ। ਕਿਉਂ? ਬਸ ਉਸ ਨੂੰ ਉਡੀਕਣ ਆਏ। ਕਾਹਤੋਂ ਉਡੀਕਣ ਆਏ? ਗੱਲ ਕੀ? ਗੱਲ ਤਾਰੂ ਬਹੁਤ ਮਾੜੀ ਹੋਈ ਏ। ਰੂਪ ਨੇ ਉਛਾਲਾ ਖਾਂਦੇ ਮਨ ਨੂੰ ਫਿਰ ਰੋਕ ਲਿਆ। ਮਾੜੀ ਕੀ ਹੋ ਗਈ? ਤਾਰੋ ਨੇ ਭਾਬੀ ਦਾ ਹੱਥ ਫੜ ਕੇ ਰੋਕ ਲਿਆ। ਇੰਨੀ ਹਮਦਰਦੀ ਨਾਲ ਹੀ ਰੂਪ ਦੀਆਂ ਅੱਖਾਂ ਵਹਿ ਤੁਰੀਆਂ। ਤਾਰੇ ਨੇ ਪਸੀਜ ਕੇ ਪੁੱਛਿਆ, ਤੈਨੂੰ ਕਿਸੇ ਨੇ ਮਾਰਿਆ ਏ? ਹਾਂ, ਬਾਪੂ ਜੀ ਨੇ। ਰੂਪ ਨੇ ਲੰਮਾ ਹੌਕਾ ਲਿਆ। ਬਾਪੂ ਜੀ ਨੇ? ਮੁੰਡਾ ਘਬਰਾ ਗਿਆ, ਜਿਵੇਂ ਬਾਪੂ ਨੂੰ ਕੁਝ ਨਹੀਂ ਆਖ ਸਕਦਾ ਸੀ।